ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਜੀਓ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਨਾਲ ਇੱਕ ਖਾਸ ਮੁੱਦੇ ਦੇ ਉੱਪਰ ਕੁਝ ਵਿਚਾਰ ਸਾਂਝੇ ਕਰ ਲੱਗਾ ਹਾਂ। ਉਹਨਾਂ ਵਿਚਾਰਾਂ ਦਾ ਆਧਾਰ ਕਿਤੇ ਨਾ ਕਿਤੇ ਕੁਝ ਸੱਚਾਈ ਵੀ ਹੋ ਸਕਦਾ ਹੈ, ਕੁਝ ਕਿਆਸ ਰਾਈਆਂ ਵੀ ਹੋ ਸਕਦਾ ਹੈ, ਤੇ ਕਿਤੇ ਨਾ ਕਿਤੇ ਕੁਝ ਸੰਭਾਵਨਾ ਇਹ ਵੀ ਹੋ ਸਕਦੀ ਹੈ ਕਿ ਜਿਸ ਤਰ੍ਹਾਂ ਸਾਡੀ ਇੱਕ ਕਹਾਵਤ ਹੈ ਕਿ ਧੂੰਆਂ ਤਾਂ ਹੀ ਉੱਠਦਾ ਹੈ ਜੇ ਕਿਤੇ ਨਾ ਕਿਤੇ ਅੱਗ ਬਲਦੀ ਹੋਵੇ। ਤੇ ਸੋ ਮੈਂ ਗੱਲ ਕਰ ਲੱਗਾ ਉਸ ਮਸਲੇ ਦੇ ਉੱਪਰ ਕਿ ਜਿੱਥੇ ਬਹੁਤ ਸਾਰੀਆਂ ਕਹਿ ਸਕਦੇ ਹੋ ਕਿ ਅਜਿਹੀਆਂ ਖਬਰਾਂ ਦਾ ਸੋਸ਼ਲ ਮੀਡੀਆ ਦੇ ਉੱਪਰ ਜਾਂ ਆਮ ਕਹਿ ਸਕਦੇ ਹਾਂ ਕਿ ਚਰਚਾ ਜਾਂ ਖੁੰਡ ਚਰਚਾ ਦੇ ਵਿੱਚ ਇਹ ਮੁੱਦਾ ਇੱਕ ਬੜਾ ਅਹਿਮ ਬਣਿਆ ਹੋਇਆ ਹੈ ਕਿ ਪੰਜਾਬ ਦੇ ਕੁਝ ਇਲਾਕੇ ਇਸ ਦੇ ਨਾਲੋਂ ਲਾ ਕੇ ਇਸ ਨੂੰ ਛੋਟਾ ਕੀਤਾ ਜਾਵੇਗਾ, ਜਿਹਦੇ ਪਿੱਛੇ ਇੱਕ ਵੱਡਾ ਕਾਰਨ ਹੈ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਦਾ ਹਟਾਏ ਜਾਣਾ ਤੇ ਉਸ ਤੋਂ ਬਾਅਦ ਸਾਰੇ ਸੂਬੇ ਨੂੰ ਜਾਂ ਉਸ ਰਿਆਸਤ ਨੂੰ 2 ਕੇਂਦਰ ਪ੍ਰਸ਼ਾਸਿਤ ਇਲਾਕਿਆਂ ਦੇ ਵਿੱਚ ਬਦਲ ਦੇਣਾ, ਲਦਾਖ ਔਰ ਜੰਮੂ ਤੇ ਕਸ਼ਮੀਰ। ਔਰ ਉਸ ਤੋਂ ਬਾਅਦ ਇਹ ਕਿਆਸ ਰਾਈਆਂ ਜਿਹੜੀਆਂ ਨੇ ਉਹ ਤੇਜ਼ ਹੁੰਦੀਆਂ ਜਾ ਰਹੀਆਂ ਨੇ ਜਿਉਂ-ਜਿਉਂ ਹੀ ਉੱਥੇ ਵਿਧਾਨ ਸਭਾ ਦੇ ਸੂਬਿਆਂ ਦੀ ਹੱਦਬੰਦੀ ਜਿਹੜੀ ਹੈ, ਡੀਲਿਮਿਟੇਸ਼ਨ ਹੈ, ਜਿਉਂ-ਜਿਉਂ ਉਹਦੀ ਕਿਰਿਆ ਜਿਹੜੀ ਹੈ ਲਗਾਤਾਰ ਅੱਗੇ ਵੱਧਦੀ ਜਾ ਰਹੀ ਹੈ, ਤਿਉਂ-ਤਿਉਂ ਹੀ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਅਜਿਹੀਆਂ ਜਿਹੜੀਆਂ ਕਹਿ ਸਕਦੇ ਹੋ ਕਿਆਸ ਰਹੀਆਂ ਜਾਂ ਫਿਰ ਅਜਿਹੀਆਂ ਅਫਵਾਹਾਂ ਕਹਿ ਲਈਏ ਜਾਂ ਵਾਰਤਾਲਾਪ ਜਾਂ ਚਰਚਾ, ਉਹ ਬੜੀ ਸਰਗਰਮੀ ਦੇ ਨਾਲ ਜਨਮ ਲੈਂਦੀ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ ਪੰਜਾਬ ਦੇ ਕੁਝ ਇਲਾਕੇ ਜਿਹੜੇ ਨੇ ਉਹ ਪੰਜਾਬ ਨਾਲੋਂ ਵੱਖ ਕਰਕੇ ਜੰਮੂ ਕਸ਼ਮੀਰ ਦੇ ਨਾਲ ਜੋੜ ਦਿੱਤੇ ਜਾਣ। ਸਭ ਤੋਂ ਪਹਿਲਾਂ ਤਾਂ ਜਦੋਂ ਕਿਸੇ ਵੀ ਘਟਨਾਕ੍ਰਮ ਦੇ ਉੱਪਰ ਕੋਈ ਵਿਚਾਰ ਜਾਂ ਵਾਰਤਾਲਾਪ ਕਰਨੀ ਹੋਵੇ, ਉਸ ਦੇ ਪਿਛੋਕੜ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਗੱਲ ਕਰਦੇ ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ, ਜਦੋਂ ਉਸਨੇ 1819 ਦੇ ਵਿੱਚ ਉਸ ਵੇਲੇ ਦੇ ਜੰਮੂ ਕਸ਼ਮੀਰ ਦੇ ਹਾਕਮ ਜ਼ਬਾਰ ਖਾਨ ਨੂੰ ਹਰਾ ਕੇ ਸ੍ਰੀਨਗਰ ਉੱਪਰ ਆਪਣਾ ਕਬਜ਼ਾ ਕੀਤਾ, ਭਾਵ ਕਿ ਕਸ਼ਮੀਰ ਨੂੰ ਆਪਣੇ ਕਬਜ਼ੇ ਹੇਠ ਲਿਆ। ਜ਼ਬਾਰ ਖਾਨ ਜਿਹੜਾ ਕਿਸੇ ਸਮੇਂ ਜਿਹੜੀ ਇਹ ਚੱਲਦੀ ਆ ਰਹੀ ਪਰੰਪਰਾ ਹੈ ਇਹ ਅਹਿਮਦ ਸ਼ਾਹ ਅਬਦਾਲੀ ਦੇ ਅਧੀਨ ਸਨ। ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਤੋਂ ਬਾਅਦ ਘਟਨਾਕ੍ਰਮ ਬਹੁਤ ਲੰਮੇਰਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਰਾਜ ਦੀ ਵਾਗਡੋਰ ਆਉਂਦੀ ਹੈ, ਬਹਾਨਾ ਸ਼ਾਹ ਸੁਜਾ ਨੂੰ ਛਡਾਉਣ ਦਾ ਬਣਦਾ ਹੈ, ਜਿਸ ਦੀ ਪਤਨੀ ਵਫਾ ਬੇਗਮ ਜਿਹੜੀ ਹੈ ਉਹ ਫਕੀਰ ਅਜ਼ੀਜ਼ੁਦੀਨ ਦੇ ਕੋਲ ਲਾਹੌਰ ਪਹੁੰਚਦੀ ਹੈ ਕਾਬਲ ਤੋਂ ਚੱਲ ਕੇ। ਸੋ ਇੱਕ ਬਹੁਤ ਲੰਬੀ ਵਾਰਤਾਲਾਪ ਹੈ, ਪਰ ਅਸੀਂ ਇਸ ਮੁੱਦੇ ਤੇ ਆਉਂਦੇ ਹਾਂ ਕਿ ਉਸ ਤੋਂ ਬਾਅਦ ਜਿੰਨਾ ਚਿਰ ਤੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਉੱਥੇ ਰਾਜ ਰਹਿੰਦਾ ਹੈ, ਬੇਸ਼ੱਕ ਕਿ ਬਹੁਤ ਸਾਰੇ ਲਿਖਾਰੀਆਂ ਨੇ ਕਿਤੇ ਨਾ ਕਿਤੇ ਸਿੱਖ ਰਾਜ ਪ੍ਰਤੀ ਈਰਖਾ ਦੇ ਵਿੱਚੋਂ ਅਜਿਹੀਆਂ ਲਿਖਤਾਂ ਨੂੰ ਜਨਮ ਦਿੱਤਾ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਉੱਥੇ ਲੋਕਾਂ ਦੇ ਨਾਲ ਜ਼ੁਲਮ ਹੋਏ, ਮੁਸਲਮਾਨਾਂ ਦੇ ਉੱਪਰ ਜ਼ੁਲਮ ਹੋਏ, ਪਰ ਕਿਸੇ ਵੀ ਸਮਕਾਲੀ ਸਰੋਤ ਦੇ ਵਿੱਚ ਅਜਿਹਾ ਸਾਨੂੰ ਕੋਈ ਸਬੂਤ ਨਹੀਂ ਮਿਲਦਾ ਕਿ ਜੇਕਰ ਕਿਸੇ ਇੱਕ ਵੀ ਕੌਮੀਅਤ ਦੇ ਉੱਪਰ ਜ਼ੁਲਮ ਹੋਏ ਹੁੰਦੇ ਤਾਂ ਉਸਦੀ ਉੱਥੋਂ ਹਿਜਰਤ ਹੋਈ ਹੁੰਦੀ। ਸੋ ਇਵੇਂ ਦਾ ਜ਼ਿਕਰ ਬਿਲਕੁਲ ਨਹੀਂ ਮਿਲਦਾ। ਉਸ ਤੋਂ ਬਾਅਦ ਅਸੀਂ ਸਿੱਧਾ ਆ ਜਾਂਦੇ ਹਾਂ 1947 ਦੇ ਵਿੱਚ। 1947 ਦੇ ਵਿੱਚ ਬੇਸ਼ੱਕ ਹਿੰਦੁਸਤਾਨ ਤੇ ਪਾਕਿਸਤਾਨ 2 ਦੇਸ਼ ਇੱਕ ਦੇਸ਼ ਦੇ ਵਿੱਚੋਂ ਨਿਕਲ ਆਏ, ਪਰ ਜੰਮੂ ਕਸ਼ਮੀਰ ਇੱਕ ਵੱਖਰਾ ਸੂਬਾ ਜਾਂ ਵੱਖਰੀ ਰਿਆਸਤ ਹੀ ਰਿਹਾ, ਇੱਕ ਵੱਖਰੇ ਦੇਸ਼ ਦੇ ਰੂਪ ਦੇ ਵਿੱਚ ਜਿਹੜਾ ਸਟੈਂਡ ਸਟਿਲ ਐਗਰੀਮੈਂਟ ਦੇ ਵਿੱਚ ਆ ਗਿਆ। ਬੇਸ਼ੱਕ ਅਗਸਤ 1947 ਦੇ ਵਿੱਚ 2 ਦੇਸ਼ ਹੋਣ ਦੇ ਵਿੱਚ ਆ ਚੁੱਕੇ ਸੀ, ਪਰ ਜੰਮੂ ਕਸ਼ਮੀਰ ਉਸ ਵੇਲੇ ਇੱਕ ਵੱਖਰੇ ਦੇਸ਼ ਦੇ ਰੂਪ ਦੇ ਵਿੱਚ ਸੀ, ਜਿਸ ਦੀ ਕਹਿ ਸਕਦੇ ਹੋ ਕਿ 2 ਹਿੱਸਿਆਂ ਦੇ ਵਿੱਚ ਵੰਡ, ਜਿਸ ਨੂੰ ਅੱਜ ਅਸੀਂ ਆਪਣਾ ਜੰਮੂ ਕਸ਼ਮੀਰ ਤੇ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ, ਜਿਸ ਨੂੰ ਅਸੀਂ POK ਕਹਿੰਦੇ ਹਾਂ, ਪਾਕਿਸਤਾਨ ਆਕੂਪਾਈਡ ਕਸ਼ਮੀਰ। ਸੋ ਇਹ ਜਿਹੜੇ ਕਸ਼ਮੀਰ ਦੇ 2 ਹਿੱਸੇ ਨੇ ਇਹ ਨਵੰਬਰ 1947 ਦੇ ਵਿੱਚ ਹੁੰਦੇ ਨੇ। ਬੜੀ ਲੰਬੀ ਦਾਸਤਾਨ ਹੈ ਕਿ ਜਦੋਂ ਇਹ ਟੁਕੜੇ ਹੁੰਦੇ ਨੇ ਤਕਰੀਬਨ 30,000 ਤੋਂ ਵੱਧ ਸਿੱਖ ਜਿਹੜੇ ਨੇ ਉਹਨਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ, ਜਿਨ੍ਹਾਂ ਨੂੰ ਕਿਸੇ ਇਤਿਹਾਸ ਦਾ ਹਿੱਸਾ ਨਹੀਂ ਬਣਾਇਆ ਗਿਆ। ਇਹਦੇ ਉੱਪਰ ਮੈਂ ਇੱਕ ਡਾਕੂਮੈਂਟਰੀ ਤਿਆਰ ਕੀਤੀ ਸੀ, ਟ੍ਰੈਜਡੀ 1947, ਜਿਹੜੀ ਜੰਮੂ ਕਸ਼ਮੀਰ ਦੇ ਸਿੱਖਾਂ ਦੇ ਇਸ ਬਹੁਤ ਵੱਡੇ ਕਤਲੇਆਮ ਦੇ ਵਿੱਚ ਸੀ। ਔਰ ਤਕਰੀਬਨ ਕਹਿ ਸਕਦੇ ਹੋ ਕਿ ਕਤਲੇਆਮ ਵੀ ਉਹਨਾਂ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਹੋਇਆ, ਖਾਸ ਕਰਕੇ ਜਿਹੜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਹਰੀ ਸਿੰਘ ਨਲੂਏ ਨੇ ਉਸ ਵੇਲੇ ਦਾ ਜਿਹੜਾ ਪੰਜਾਬ ਸੀ ਉਹਦੇ ਇਲਾਕਿਆਂ ਦੇ ਵਿੱਚੋਂ, ਜਾਂ ਕਹਿ ਸਕਦੇ ਹੋ ਕਿ ਸਰਕਾਰੇ ਖਾਲਸਾ ਦੇ
ਇਲਾਕੇ ਦੇ ਵਿੱਚੋਂ ਲਿਆ ਕੇ ਜਿਹੜੇ ਸਿੱਖ ਜਿਹੜੇ ਸੀ ਇਸ ਇਲਾਕੇ ਦੇ ਵਿੱਚ ਵਸਾਏ ਸੀ, ਉਹਨਾਂ ਦਾ ਬਹੁਤ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋਇਆ। ਤਕਰੀਬਨ 30,000 ਤੋਂ ਵੱਧ ਸ਼ਹਾਦਤਾਂ। ਗੱਲ ਕਰ ਰਿਹਾ ਸੀ ਜਿਹੜੀ ਇਸ ਦੇ ਉੱਪਰ ਡਾਕੂਮੈਂਟਰੀ ਤਿਆਰ ਕੀਤੀ ਗਈ ਸੀਗੀ, ਉਹ 2-3 ਵਾਰੀ YouTube ਦੇ ਉੱਪਰ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹਦੇ ਕੰਟੈਂਟ ਜਿਹੜੇ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਹਦੇ ਵਿੱਚ ਬਹੁਤ ਸਾਰੀਆਂ ਕਹਿ ਸਕਦੇ ਹੋ ਕਿ ਕਤਲੋਗਾਰਤ ਵਰਗੀਆਂ ਚੀਜ਼ਾਂ ਦੱਸੀਆਂ ਜਾਂ ਵਿਖਾਈਆਂ ਗਈਆਂ ਨੇ। ਸੋ ਹੁਣ ਬਹੁਤ ਜਲਦੀ ਮੈਂ ਆਪਣੀ ਵੈਬਸਾਈਟ ਦੇ ਉੱਪਰ ਉਸ ਨੂੰ ਸ਼ੇਅਰ ਕਰਕੇ ਤੁਹਾਡੇ ਨਾਲ ਲਿੰਕ ਸਾਂਝਾ ਜ਼ਰੂਰ ਕਰ ਦੇਵਾਂਗਾ। ਖੈਰ, ਅਸੀਂ ਇਸ ਮੁੱਦੇ ਦੇ ਉੱਪਰ ਹੀ ਆਪਣੀ ਚਰਚਾ ਨੂੰ ਅੱਗੇ ਜਾਰੀ ਰੱਖਦੇ ਹਾਂ। ਉਸ ਤੋਂ ਬਾਅਦ ਜਦੋਂ ਕਸ਼ਮੀਰ ਦੇ 2 ਹਿੱਸੇ ਹੋ ਗਏ, ਇੱਕ ਭਾਰਤੀ ਕਬਜ਼ੇ ਦੇ ਵਿੱਚ ਆ ਗਿਆ, ਇੱਕ ਪਾਕਿਸਤਾਨੀ ਕਬਜ਼ੇ ਦੇ ਵਿੱਚ ਇੱਕ ਹਿੱਸਾ ਆ ਗਿਆ। ਕਾਫੀ ਸਮਾਂ ਕਹਿ ਸਕਦੇ ਹੋ ਕਿ ਇੱਥੇ ਬੇਸ਼ੱਕ ਡੋਗਰਾ ਪਰਿਵਾਰ ਜਿਹੜਾ ਸੀ, ਰਾਜਾ ਹਰੀ ਸਿੰਘੋਂ ਜਿਹੜਾ ਉਹੀ ਧਿਆਨ ਸਿੰਘ ਡੋਗਰੇ ਹੋਣਾ ਦੇ ਖਾਨਦਾਨਾਂ ਦੇ ਵਿੱਚੋਂ ਸੀ, ਬੇਸ਼ੱਕ ਉਹਦਾ ਹੀ ਕਹਿ ਸਕਦੇ ਹੋ ਕਿ ਇੱਕ ਤਰ੍ਹਾਂ ਦੇ ਨਾਲ ਰਾਜਸੀ ਤੌਰ ਤੇ ਇਸ ਰਿਆਸਤ ਦੇ ਵਿੱਚ ਬੋਲਬਾਲਾ ਰਿਹਾ। ਪਰ ਉਸ ਸਮੇਂ ਜਿਹੜੇ ਸੀਗੇ 30 ਮੈਂਬਰ ਜਿਹੜੇ ਸੀ ਉਹਨਾਂ ਦੀ ਇਲੈਕਸ਼ਨ ਕਰ ਲਈ ਜਾਂਦੀ ਸੀ, ਬਾਕੀ ਕੁਝ ਮੈਂਬਰ ਜਿਹੜੇ ਸੀਗੇ ਉਹ ਨੁਮਾਇੰਦੇ ਚੁਣ ਕੇ ਜਿਹੜਾ ਰਾਜ ਪ੍ਰਬੰਧ ਨੂੰ ਚਲਾਇਆ ਜਾਂਦਾ ਸੀ। ਉਸ ਤੋਂ ਬਾਅਦ ਉੱਥੇ ਵਿਧਾਨ ਸਭਾ ਜਿਹੜੇ ਮੈਂਬਰ ਸੀ ਉਹਨਾਂ ਦੀ ਚੋਣ ਹੋਣ ਲੱਗੀ। ਪਹਿਲਾਂ ਉਹਨਾਂ ਦੀ ਗਿਣਤੀ 100 ਸੀ ਤੇ ਉਸ ਤੋਂ ਬਾਅਦ ਤਕਰੀਬਨ 1975 ਦੇ ਵਿੱਚ 11 ਮੈਂਬਰ ਜਿਹੜੇ ਆ ਹੋਰ ਵਧਾ ਦਿੱਤੇ ਗਏ, ਭਾਵ ਕਿ 11 ਵਿਧਾਨ ਸਭਾ ਹਲਕੇ ਜਿਹੜੇ ਸੀਗੇ ਹੋਰ ਵਧਾ ਦਿੱਤੇ ਗਏ ਤੇ ਕੁੱਲ ਗਿਣਤੀ ਜਿਹੜੀ ਆ 111 ਹੋ ਗਈ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਇਹ ਜਿਹੜੀ ਕੁੱਲ 111 ਵਿਧਾਨ ਸਭਾ ਹਲਕਿਆਂ ਦੀ ਗਿਣਤੀ ਹੈ, ਇਹਦੇ ਵਿੱਚ 24 ਹਲਕੇ ਉਹ ਨੇ ਜਿਨ੍ਹਾਂ ਦੇ ਵਿੱਚ ਚੋਣ ਨਹੀਂ ਹੁੰਦੀ, ਭਾਵ ਕਿ ਉਹ ਹਲਕੇ ਗਿਣੇ ਜਾਂਦੇ ਨੇ ਪਰ ਉਹ ਇਲਾਕਾ ਪਾਕਿਸਤਾਨ ਦੇ ਅਧੀਨ ਹੈ, ਪਰ ਜਿਨ੍ਹਾਂ ਦੇ ਉੱਪਰ ਚੋਣ ਹੁੰਦੀ ਹੈ ਉਹ 111 ਦੇ ਵਿੱਚੋਂ 24 ਕੱਢ ਕੇ ਨੇ। ਤੇ ਜਿਹੜੇ 24 ਕੱਢ ਕੇ ਹਲਕੇ ਬਣਦੇ ਨੇ ਉਹਨਾਂ ਦੇ ਵਿੱਚ ਤਕਰੀਬਨ 37 ਜਿਹੜੇ ਨੇ ਉਹ ਜੰਮੂ ਦੇ ਇਲਾਕੇ ਦੇ ਵਿੱਚ ਆਉਂਦੇ ਨੇ, 46 ਜਿਹੜੇ ਨੇ ਉਹ ਕਸ਼ਮੀਰ ਦੇ ਖੇਤਰ ਦੇ ਵਿੱਚ ਆਉਂਦੇ ਨੇ। ਉਹਦੇ ਤੋਂ ਇਲਾਵਾ ਜਿਹੜੇ 4 ਸੀ ਉਹ ਲਦਾਖ ਦੇ ਵਿੱਚ ਆਉਂਦੇ ਨੇ। ਇਹਨਾਂ ਹਲਕਿਆਂ ਦੇ ਉੱਪਰ ਚੋਣ ਹੁੰਦੀ ਸੀ। ਹੁਣ ਜਦੋਂ ਇਹ ਸਾਰਾ ਘਟਨਾਕ੍ਰਮ ਵਾਪਰ ਗਿਆ ਹੈ ਕਿ ਕਸ਼ਮੀਰ ਦੇ ਵਿੱਚੋਂ ਧਾਰਾ 370 ਖਤਮ ਕਰ ਦਿੱਤੀ ਗਈ ਤੇ ਜਿਹੜੀਆਂ ਉੱਥੋਂ ਦੀਆਂ ਖੇਤਰੀ ਪਾਰਟੀਆਂ ਸੀ ਉਹਨਾਂ ਦੇ ਸਾਰੇ ਆਗੂ ਸੀ ਜਾਂ ਜੇਲ੍ਹਾਂ ਦੇ ਵਿੱਚ ਸੁੱਟ ਦਿੱਤੇ ਜਾਂ ਫਿਰ ਨਜ਼ਰਬੰਦ ਕਰ ਦਿੱਤੇ ਗਏ। ਹੁਣ ਉਸ ਦੇ ਦੌਰਾਨ ਹੀ ਜਦੋਂ ਲਦਾਖ ਨੂੰ ਇੱਕ ਕਹਿ ਸਕਦੇ ਹੋ ਕਿ ਕੇਂਦਰੀ ਪ੍ਰਸ਼ਾਸਿਤ ਇਲਾਕਾ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਹੁਣ ਉਹ 4 ਸੀਟਾਂ ਘਟ ਗਈਆਂ ਨੇ ਔਰ ਉਹਦੇ ਇਵਜ਼ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਹੁਣ ਜਿਹੜਾ ਜੰਮੂ ਕਸ਼ਮੀਰ ਦਾ ਸੂਬਾ, ਜਿਸ ਨੂੰ ਪੂਰੇ ਸੂਬੇ ਦੇ ਕਹਿ ਸਕਦੇ ਹੋ ਕਿ ਦਰਜਾ ਤੇ ਹੱਕ ਦਿੱਤੇ ਜਾਣਗੇ, ਉਹਦੇ ਵਿੱਚ ਹੁਣ ਕੁਝ ਸੀਟਾਂ ਦੀ ਗਿਣਤੀ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ। ਵਧਾਈਆਂ ਗਈਆਂ ਜਿਹੜੀਆਂ ਸੀਟਾਂ ਨੇ ਇਹਨਾਂ ਦੇ ਵਿੱਚੋਂ 3 ਜਿਹੜੀਆਂ ਨੇ ਉਹ ਜੰਮੂ ਦੇ ਇਲਾਕੇ ਦੇ ਵਿੱਚ ਵਧਾਈਆਂ ਜਾਣਗੀਆਂ, ਇਹ 37 ਤੋਂ 40 ਹੋ ਜਾਣਗੀਆਂ ਤੇ 4 ਜਿਹੜੀਆਂ ਨੇ ਉਹ ਕਸ਼ਮੀਰ ਦੇ ਇਲਾਕੇ ਦੇ ਵਿੱਚ ਵੀ ਵਧਾਈਆਂ ਜਾਣਗੀਆਂ ਤੇ ਉਹ 46 ਤੋਂ 50 ਹੋ ਜਾਣਗੀਆਂ। ਕੁਝ ਸੂਤਰ ਜਿਹੜੇ ਨੇ ਜਾਂ ਜਰਨਲਿਸਟ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਇਹ ਵੀ ਵਿਚਾਰ ਆਇਆ ਕਿ ਹੋ ਸਕਦਾ ਹੈ ਕਿ ਇਹ ਦਰਜਾ ਬਦਰਜੀ ਉਲਟ ਹੋਵੇ ਕਿ ਜੰਮੂ ਦੇ ਖੇਤਰ ਦੇ ਵਿੱਚ 4 ਵਧਾਈਆਂ ਜਾਣ ਤੇ ਸ਼੍ਰੀਨਗਰ ਦੇ ਵਿੱਚ 3 ਵਧਾਈਆਂ ਜਾਣ। ਪਰ ਕਹਿਣ ਤੋਂ ਭਾਵ ਹੈ ਕਿ ਇੱਕ ਪਾਸੇ 40 ਤੇ ਇੱਕ ਪਾਸੇ 50 ਕਰਕੇ ਜਿਹੜੀਆਂ 90 ਸੀਟਾਂ ਜਿਹੜੀਆਂ ਵਿਧਾਨ ਸਭਾ ਦੀਆਂ ਨੇ ਉਹਨਾਂ ਦੇ ਬਾਰੇ ਜਿਹੜਾ ਡੀਲਿਮਿਟੇਸ਼ਨ ਕਮਿਸ਼ਨ ਹੈ, ਜਿਸ ਨੇ ਦੁਬਾਰਾ ਵਿਧਾਨ ਸਭਾਵਾਂ ਦੀ ਹੱਦਬੰਦੀ ਕਰਨੀ ਹੈ ਤੇ ਜਿਹੜਾ ਜਸਟਿਸ ਰੰਜਨ ਪ੍ਰਕਾਸ਼ ਦੀ ਅਗਵਾਈ ਦੇ ਵਿੱਚ ਕੰਮ ਕਰ ਰਿਹਾ ਹੈ, ਉਹਦੇ ਵੱਲੋਂ ਜਿਹੜੀ ਹੈ ਇਹ ਤਜਵੀਜ਼ ਜਿਹੜੀ ਹੈ ਉਹ ਕੀਤੀ ਗਈ ਹੈ ਜਾਂ ਇਹ ਹੱਦਬੰਦੀ ਕਰਨ ਦੀ ਜਿਹੜੀ ਕਵਾਇਦ ਚੱਲੀ ਹੋਈ ਹੈ। ਹੁਣ ਪਿੱਛੇ ਜੇ ਇੱਕ ਮੀਟਿੰਗ ਮੀਡੀਆ ਦੇ ਵਿੱਚ ਅਕਸਰ ਹੀ ਜਿਸ ਨੂੰ ਕਿਹਾ ਜਾਂਦਾ ਸੀ ਗੁਪਚਾਰ ਦੀ ਮੀਟਿੰਗ ਜਾਂ ਗੁਪਚਾਰ ਦਾ ਗਠਬੰਧਨ, ਇਹ ਉਹ ਗਠਬੰਧਨ ਸੀ ਕਿ ਜਦੋਂ ਜੰਮੂ ਕਸ਼ਮੀਰ ਦੇ ਇਲਾਕੇ ਦੇ ਵਿੱਚ ਜਿਹੜੇ ਨਜ਼ਰਬੰਦ ਨੇਤਾ ਸੀ ਉਹਨਾਂ ਨੂੰ ਛੱਡਿਆ ਗਿਆ ਤੇ ਉਸ ਤੋਂ ਬਾਅਦ ਕਿਉਂਕਿ ਇਹਦੇ ਪਿੱਛੇ ਬਹੁਤ ਵੱਡੇ ਕਾਰਨ ਸੀਗੇ। ਇੱਕ ਸਭ ਤੋਂ ਵੱਡਾ ਅਹਿਮ ਕਾਰਨ ਇਹ ਸੀ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਭਾਰਤੀ ਹਕੂਮਤ ਦੇ ਉੱਪਰ ਬਹੁਤ ਸਾਰਾ ਦਬਾਅ ਬਣਿਆ ਹੋਇਆ ਸੀ ਕਿ ਭਾਜਪਾ ਸਰਕਾਰ ਆਉਣ ਤੋਂ ਬਾਅਦ ਘੱਟ ਗਿਣਤੀਆਂ ਦੇ ਨਾਲ ਖਾਸ ਕਰਕੇ ਮੁਸਲਮਾਨਾਂ ਦੇ ਨਾਲ ਬਹੁਤ ਵਿਤਕਰਾ ਹੋ ਰਿਹਾ। ਪਹਿਲੀ ਗੱਲ ਤਾਂ ਇਹ ਅਹਿਮ ਸੀ। ਦੂਸਰੀ ਗੱਲ ਇਹ ਸੀ ਕਿ ਸਰਕਾਰ ਜਿਹੜੀ ਸੀ ਉਹ ਵੀ ਹੁਣ ਕਿਤੇ ਨਾ ਕਿਤੇ ਇਹ ਸੋਚ ਰਹੀ ਸੀ ਕਿ ਜਦੋਂ ਉੱਥੇ ਡਿਸਟ੍ਰਿਕਟ ਡਿਵੈਲਪਮੈਂਟ ਕੌਂਸਲ ਦੀਆਂ ਇਲੈਕਸ਼ਨਾਂ ਹੋਈਆਂ ਨੇ ਤਾਂ ਉਹਦੇ ਵਿੱਚ ਜ਼ਿਆਦਾ ਉਮੀਦਵਾਰ ਜਿਹੜੇ ਨੇ ਉਹਨਾਂ ਨੂੰ ਵੋਟਾਂ ਮਿਲੀਆਂ ਨੇ ਜਾਂ ਉਹ ਉਮੀਦਵਾਰ ਅੱਗੇ ਨੇ ਜਿਨ੍ਹਾਂ ਦਾ ਸੰਬੰਧ ਉਹਨਾਂ ਦੀਆਂ ਖੇਤਰੀ ਪਾਰਟੀਆਂ ਦੇ ਨਾਲ ਸੀ। ਜੰਮੂ ਦੇ ਇਲਾਕੇ ਦੇ ਵਿੱਚ ਬੇਸ਼ੱਕ ਭਾਜਪਾ ਨੂੰ ਕੁਝ ਕਹਿ ਸਕਦੇ ਹੋ ਕਿ ਸਹਿਮਤੀ ਜਾਂ ਸਹਿਯੋਗ ਮਿਲਿਆ, ਪਰ ਜ਼ਿਆਦਾ ਜਿਹੜਾ ਲੋਕਾਂ ਦਾ ਵੋਟਰਾਂ ਦਾ ਸਹਿਯੋਗ ਸੀ ਕਸ਼ਮੀਰ ਦੇ ਇਲਾਕੇ ਦੇ ਵਿੱਚ ਉਹ ਆਪੋ ਆਪਣੀਆਂ ਖੇਤਰੀ ਪਾਰਟੀਆਂ ਜਾਂ ਉਹਨਾਂ ਦੇ ਉਮੀਦਵਾਰਾਂ ਨੂੰ ਰਿਹਾ। ਸੋ ਉਸ ਤੋਂ ਬਾਅਦ ਕਿਤੇ ਨਾ ਕਿਤੇ ਭਾਜਪਾ ਦੀ ਇਹ ਲੋੜ ਬਣ ਗਈ ਕਿ ਉੱਥੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੰਤਰਰਾਸ਼ਟਰੀ ਦਬਾਅ ਦੇ ਚੱਲਦਿਆਂ
ਉਸ ਦੇ ਮੱਦੇਨਜ਼ਰ ਇਹ ਕਿਤੇ ਨਾ ਕਿਤੇ ਇੱਕ ਵੱਡੀ ਲੋੜ ਬਣ ਗਈ ਕਿ ਉੱਥੇ ਹੁਣ ਜਿਹੜਾ ਲੋਕਤੰਤਰ ਬਹਾਲ ਕੀਤਾ ਜਾਵੇ। ਬਾਕੀ ਜਿਸ ਤਰ੍ਹਾਂ ਦਾ ਲੋਕਤੰਤਰ ਹੈ ਤੁਸੀਂ ਜਾਣਦੇ ਹੀ ਹੋ। ਖੈਰ, ਜਿਹੜੀ ਉੱਥੋਂ ਦੇ ਸਾਬਕਾ ਮੁੱਖ ਮੰਤਰੀ ਨੇ ਫਾਰਕ ਅਬਦੁੱਲਾ, ਉਹਨਾਂ ਦੀ ਕੋਠੀ ਜਿਹੜੀ ਹੈ ਉਹ ਗੁਪਚਾਰ ਰੋਡ ਦੇ ਉੱਪਰ ਹੈ, ਜਿਹੜੀ ਇੱਕ ਪਹਾੜੀ ਦੇ ਨਾਮ ਦੇ ਉੱਪਰ ਜਿਸ ਸੜਕ ਦਾ ਨਾਮ ਹੈ ਸ਼੍ਰੀਨਗਰ ਦੇ ਵਿੱਚ। ਉੱਥੇ ਸਾਰੀਆਂ ਇਹ ਜਿੰਨੀਆਂ ਕਹਿ ਸਕਦੇ ਕਿ ਉੱਥੋਂ ਦੀਆਂ ਖੇਤਰੀ ਪਾਰਟੀਆਂ ਸੀ, ਉਹਨਾਂ ਦੀ ਮੀਟਿੰਗ ਹੋਈ, ਜਿਨ੍ਹਾਂ ਦੇ ਵਿੱਚ ਨੈਸ਼ਨਲ ਕਾਨਫਰੰਸ ਵੀ ਸੀ, ਉਸ ਤੋਂ ਇਲਾਵਾ PDP ਸੀ, ਅਵਾਮੇ ਕਸ਼ਮੀਰ ਸੀ, ਅਤੇ ਉੱਥੋਂ ਦੀ ਕਮਿਊਨਿਸਟ ਪਾਰਟੀ ਜਿਹੜੀ ਹੈ ਕਾਮਰੇਡ ਪਾਰਟੀ, ਉਹਦੇ ਵੀ ਕੁਛ ਨੁਮਾਇੰਦੇ ਸ਼ਾਮਲ ਸੀ। ਸੋ ਉਸ ਤੋਂ ਬਾਅਦ ਇਹਨਾਂ ਸਾਰਿਆਂ ਨੂੰ ਦਿੱਲੀ ਬੁਲਾਇਆ ਗਿਆ ਔਰ ਦਿੱਲੀ ਵੀ ਇਹਨਾਂ ਦੀ ਉੱਥੇ ਜਾ ਕੇ ਮੀਟਿੰਗ ਹੋਈ। ਭਾਵੇਂ ਕਿ ਜਿਹੜੀ ਸ਼੍ਰੀਨਗਰ ਵਿੱਚ ਇਹਨਾਂ ਦੀ ਮੀਟਿੰਗ ਹੋਈ, ਇਹਨਾਂ ਨੇ ਆਪਸੀ ਤੌਰ ਤੇ ਜਿਹੜੇ ਫੈਸਲੇ ਲਏ, ਉਹਨਾਂ ਫੈਸਲਿਆਂ ਦੇ ਵਿੱਚ ਇਹ ਸੀ ਕਿ ਸਰਕਾਰ ਦੇ ਅੱਗੇ ਮੰਗ ਰੱਖੀ ਜਾਵੇਗੀ ਕਿ ਜੰਮੂ ਕਸ਼ਮੀਰ ਦਾ ਜਿਹੜਾ ਧਾਰਾ 370 ਵਾਲਾ ਦਰਜਾ ਸੀ ਉਸ ਨੂੰ ਦੁਬਾਰਾ ਬਹਾਲ ਕੀਤਾ ਜਾਵੇ, ਪਾਕਿਸਤਾਨ ਦੇ ਨਾਲ ਜਿਹੜਾ ਵਪਾਰ ਹੈ ਉਹ ਖੋਲ੍ਹਿਆ ਜਾਵੇ, ਅਤੇ ਜਿਹੜੇ ਉਹਨਾਂ ਦੀ ਆਜ਼ਾਦੀ ਨਾਲ ਸੰਬੰਧਿਤ, ਉਸ ਸੰਘਰਸ਼ ਨਾਲ ਸੰਬੰਧਿਤ ਲੀਡਰ ਜਿਹੜੇ ਨੇ, ਜਿਹੜੇ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਕਰਦੇ ਨੇ, ਜਿਹੜੇ ਜੇਲ੍ਹਾਂ ਦੇ ਵਿੱਚ ਨੇ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਕਿਉਂਕਿ ਜਦੋਂ ਧਾਰਾ 370 ਜਿਹੜੀ ਹਟਾਈ ਗਈ, ਉਸ ਸਮੇਂ ਇੱਕ ਤਾਂ ਫੌਜ ਦਾ ਬਹੁਤ ਜ਼ਿਆਦਾ ਜ਼ੋਰ ਸੀ, ਉਸ ਤੋਂ ਬਾਅਦ ਕੋਵਿਡ ਦੇ ਕਰਕੇ ਉਹਨਾਂ ਲੋਕਾਂ ਨੇ ਕਹਿ ਸਕਦੇ ਹੋ ਕਿ ਖੁੱਲ੍ਹੇ ਰੂਪ ਦੇ ਵਿੱਚ ਸੰਘਰਸ਼ ਨਹੀਂ ਕੀਤਾ। ਪਰ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੇ, ਇਹਨਾਂ ਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਕਿ ਜਿਹੜਾ ਕਸ਼ਮੀਰ ਦੇ ਵਿੱਚ ਜਿਹੜੇ ਖਾੜਕੂ ਸੀ, ਉਹਨਾਂ ਦੇ ਵਿੱਚ ਜਿਹੜੇ ਸ਼ਾਮਲ ਹੋਣ ਵਾਲੇ ਜਿਹੜੇ ਕਹਿ ਸਕਦੇ ਹੋ ਕਿ ਨੌਜਵਾਨ ਨੇ, ਉਹਨਾਂ ਦੀ ਗਿਣਤੀ ਜਿਹੜੀ ਆ ਸਥਾਨਕ ਕਸ਼ਮੀਰੀਆਂ ਦੀ ਬਹੁਤ ਵੱਧ ਗਈ ਹੈ। ਉਹਨਾਂ ਦੇ ਮੁਤਾਬਕ 81% ਤੋਂ ਉੱਪਰ ਜਿਹੜੇ ਸੀ ਸਥਾਨਕ ਲੋਕ ਜਿਹੜੇ ਨੇ ਉਹ ਖਾੜਕੂਵਾਦ ਵਾਲੇ ਪਾਸੇ ਜਾਣ ਲੱਗੇ। ਸੋ ਕਿਤੇ ਨਾ ਕਿਤੇ ਕਹਿ ਸਕਦੇ ਹੋ ਕਿ ਬੇਸ਼ੱਕ ਉੱਥੇ ਸੁਰੱਖਿਆ ਬਲਾਂ ਦੇ ਰਾਹੀਂ ਬਹੁਤ ਜ਼ਿਆਦਾ ਦਬਾਅ ਵੀ ਕਾਇਮ ਰੱਖਿਆ ਗਿਆ, ਪਰ ਇਹ ਲੋੜ ਬਣ ਗਈ ਸੀ ਕਿ ਉੱਥੇ ਹੁਣ ਲੋਕਤੰਤਰ ਬਹਾਲੀ ਜਿਹੜੀ ਉਹ ਕੀਤੀ ਜਾਵੇ। ਦੂਜੇ ਪਾਸੇ ਇੱਕ ਗੱਲ ਹੋਰ ਵੀ ਹੈ ਕਿ ਜਦੋਂ ਅਸੀਂ ਸਾਰੇ ਇਸ ਖਿੱਤੇ ਦਾ ਧਰੁਵੀਕਰਨ ਵੇਖਦੇ ਹਾਂ ਤਾਂ ਅਫਗਾਨਿਸਤਾਨ ਦੇ ਵਿੱਚੋਂ ਅਮਰੀਕਾ ਦੇ ਵਾਪਸ ਜਾਣ ਤੋਂ ਬਾਅਦ ਬਹੁਤ ਸਾਰੇ ਜਰਨਲਿਸਟ ਜਾਂ ਜਿਹੜੇ ਰੌਸ਼ਨ ਦਿਮਾਗ ਬਸ਼ਿੰਦੇ ਨੇ, ਉਹਨਾਂ ਦਾ ਇਹ ਖਿਆਲ ਵੀ ਹੈ ਕਿ ਜਿਉਂ-ਜਿਉਂ ਹੁਣ ਕਹਿ ਸਕਦੇ ਹੋ ਕਿ ਤਾਲਿਬਾਨ ਜਿਹੜੀ ਆ ਹਕੂਮਤ ਦੇ ਵਿੱਚ ਆਉਣਗੇ, ਤਾਕਤ ਫੜਨਗੇ, ਉਹਨਾਂ ਦੀ ਤਾਕਤ ਫੜਨ ਦੇ ਨਾਲ ਤੇ ਅਫਗਾਨਿਸਤਾਨ ਦੀ ਹਕੂਮਤ ਦੇ ਉੱਪਰ ਕਾਬਜ਼ ਹੋਣ ਦੇ ਨਾਲ ਇਸ ਖਿੱਤੇ ਦੀ ਰਾਜਨੀਤੀ ਦੇ ਉੱਪਰ ਬਹੁਤ ਜਿਹੜਾ ਉਹ ਅਸਰ ਪਵੇਗਾ। ਪਰ ਅਜੇ ਇਹ ਨਹੀਂ ਪਤਾ, ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਊਠ ਕਿਸ ਕਰਵਟ ਬੈਠੇਗਾ, ਕਿ ਉਹ ਕਿਸ ਧੜੇ ਨੂੰ, ਕਿਉਂਕਿ ਇੱਥੇ ਦੋ ਤਰ੍ਹਾਂ ਦੇ ਗੁੱਟ ਬਣੇ ਹੋਏ ਨੇ, ਇੱਕ ਪਾਸੇ ਚੀਨ, ਪਾਕਿਸਤਾਨ, ਰੂਸ, ਈਰਾਨ ਤੇ ਟਰਕੀ ਦੇ ਦੇਸ਼ ਨੇ, ਦੂਜੇ ਪਾਸੇ ਅਮਰੀਕਾ ਜਾਂ ਉਹਦੇ ਨਾਲ ਸੰਬੰਧਿਤ ਯੂਰਪ ਦੇ ਕੁਛ ਦੇਸ਼ ਨੇ। ਸੋ ਇਹ ਨਹੀਂ ਪਤਾ ਕਿ ਅਜੇ ਤਾਲਿਬਾਨ ਜਿਹੜੇ ਨੇ ਉਹ ਕਿਸ ਗੁੱਟ ਦੇ ਨਾਲ ਆਪਣੀ ਜਿਹੜੀ ਹੈ ਕਹਿ ਸਕਦੇ ਹੋ ਕਿ ਸਹਿਮਤੀ ਪ੍ਰਗਟ ਕਰਨਗੇ ਜਾਂ ਆਪਣੇ ਸੰਬੰਧ ਰੱਖਣਗੇ। ਪਰ ਫਿਲਹਾਲ ਉਹ ਵੀ ਬਹੁਤ ਜ਼ਿਆਦਾ ਕੇਵਲ ਲੜਾਕੇ ਨਹੀਂ ਰਹੇ, ਕੂਟਨੀਤਿਕ ਹੋ ਚੁੱਕੇ ਨੇ ਕਿ ਉਹ ਵੀ ਦੋਹਾਂ ਹੀ ਧੜਿਆਂ ਨੂੰ ਜਾਂ ਕਹਿ ਸਕਦੇ ਹੋ ਕਿ ਦੋਵੇਂ ਲੱਡੂ ਆਪਣੇ ਹੱਥਾਂ ਦੇ ਵਿੱਚ ਰੱਖ ਰਹੇ ਨੇ। ਸੋ ਦਿੱਲੀ ਦੇ ਵਿੱਚ ਜਿਹੜੀ ਇਸ ਗਠਬੰਧਨ ਦੀ ਜਿਹੜਾ ਜੰਮੂ ਕਸ਼ਮੀਰ ਦੀਆਂ ਖੇਤਰੀ ਪਾਰਟੀਆਂ ਦਾ ਸੀ, ਜਿਹੜੀ ਇਹਨਾਂ ਦੀ ਮੀਟਿੰਗ ਮੁੱਖ ਮੰਤਰੀ ਦੇ ਨਾਲ ਤੇ ਉਹਨਾਂ ਦਾ ਜਿਹੜਾ ਪ੍ਰਧਾਨ ਮੰਤਰੀ ਦਾ ਕਹਿ ਸਕਦੇ ਹੋ ਕਿ ਦਫ਼ਤਰ ਹੈ, ਉਹਦੇ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਤੇ ਸਾਬਕਾ ਮੁੱਖ ਮੰਤਰੀ ਜਿਹੜੇ ਸੀਗੇ ਜੰਮੂ ਕਸ਼ਮੀਰ ਦੇ, ਇਹਨਾਂ ਦੇ ਵਿੱਚ ਜਿਹੜੀ ਮੀਟਿੰਗ ਹੋਈ, ਉਹਦੇ ਵਿੱਚ ਵੀ ਜਿਹੜੀਆਂ ਮੀਡੀਆ ਦੇ ਵਿੱਚ ਗੱਲਾਂ ਆਈਆਂ ਖੁੱਲ੍ਹ ਕੇ ਇਹੀ ਸਾਹਮਣੇ ਆਈਆਂ ਕਿ ਉਹਨਾਂ ਦੇ ਵੱਲੋਂ ਦੁਬਾਰਾ ਜੰਮੂ ਕਸ਼ਮੀਰ ਦਾ ਦਰਜਾ ਜਿਹੜਾ ਬਹਾਲ ਕਰਨ ਦੀ ਮੰਗ ਕੀਤੀ ਗਈ, ਪਰ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਅਸੀਂ ਜੰਮੂ ਕਸ਼ਮੀਰ ਨੂੰ ਇੱਕ ਪੂਰੇ ਸੂਬੇ ਦੇ ਜਿਹੜੇ ਉਹ ਹੱਕ ਦੇਵਾਂਗੇ। ਹੁਣ ਗੱਲ ਚੱਲਦੀ ਹੈ ਜਿਸ ਦੀ ਗੱਲ ਦੇ ਉੱਪਰ ਮੈਂ ਸ਼ੁਰੂਆਤ ਕੀਤੀ ਸੀ ਕਿ ਉਹ ਕੀ ਕਾਰਨ ਨੇ ਕਿ ਜਿਨ੍ਹਾਂ ਦੇ ਕਰਕੇ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਲੋਕ ਵੀ ਕਿਤੇ ਨਾ ਕਿਤੇ ਇੱਕ ਖੁੰਡ ਚਰਚਾ ਕਰ ਰਹੇ ਨੇ ਕਿ ਪੰਜਾਬ ਦਾ ਕੁਝ ਹਿੱਸਾ ਜਿਹੜਾ ਉਹ ਕੱਟ ਕੇ ਜੰਮੂ ਕਸ਼ਮੀਰ ਦੇ ਨਾਲ ਮਿਲਾਇਆ ਜਾ ਸਕਦਾ ਜਾਂ ਪੰਜਾਬ ਨੂੰ ਹੋਰ ਛੋਟਾ ਕੀਤਾ ਜਾ ਸਕਦਾ। ਉਹਦੇ ਕੁਝ ਕਾਰਨ ਨੇ ਕਿ ਜਦੋਂ ਅਸੀਂ ਸਾਰਾ ਉੱਥੋਂ ਦਾ ਕਹਿ ਸਕਦੇ ਹੋ ਕਿ ਜੰਮੂ ਕਸ਼ਮੀਰ ਦਾ ਰਾਜਨੀਤਿਕ ਢਾਂਚਾ ਵੇਖਦੇ ਹਾਂ ਤਾਂ ਜੰਮੂ ਦਾ ਜਿਹੜਾ ਇਲਾਕਾ ਹੈ ਉਹਦੇ ਵਿੱਚ ਭਾਜਪਾ ਦਾ ਕੁਝ ਪ੍ਰਭਾਵ ਹੈ, ਉਹ ਵੀ ਕੁਝ ਸਾਲਾਂ ਦੇ ਵਿੱਚ ਬਣਿਆ, ਪਹਿਲਾਂ ਇੰਨਾ ਜ਼ਿਆਦਾ ਨਹੀਂ ਸੀ। ਉਹਦੇ ਨਾਲ ਇੱਕ ਵੇਖਣ ਵਾਲੀ ਗੱਲ ਹੋਰ ਹੈ ਕਿ ਉਸ ਇਲਾਕੇ ਦੇ ਵਿੱਚ ਹੀ ਜਿਹੜੇ ਕੁਝ ਇਲਾਕੇ ਪੈਂਦੇ ਨੇ ਜਿਨ੍ਹਾਂ ਦੇ ਵਿੱਚ ਊਧਮਪੁਰ ਆ ਜਾਂਦਾ ਹੈ, ਸਾਂਬਾ ਆ ਜਾਂਦਾ ਹੈ, ਉਹਦੇ ਤੋਂ ਇਲਾਵਾ ਜਦੋਂ ਅਸੀਂ ਪੰਜਾਬ ਦੇ ਨਾਲ ਜਿਹੜੇ ਲੱਗਦੇ ਇਲਾਕੇ ਨੇ ਉਹਨਾਂ ਦੇ ਵਿੱਚ ਕਠੂਆ ਆ ਜਾਂਦਾ ਹੈ, ਜਾਂ ਫਿਰ ਉਸ ਤੋਂ ਇਲਾਵਾ ਜੰਮੂ ਸ਼ਹਿਰ ਦਾ ਖੇਤਰ ਆ ਜਾਂਦਾ ਹੈ, ਉਹਦੇ ਵਿੱਚ ਕਾਫੀ ਸਾਰੀ ਕਹਿ ਸਕਦੇ ਹੋ ਕਿ ਹਿੰਦੂ ਵੋਟ ਹੈ, ਜਿੱਥੇ ਭਾਜਪਾ ਨੂੰ ਲੱਗਦਾ ਹੈ ਕਿ ਜੀ ਕੁਝ ਸੀਟਾਂ 'ਤੇ ਕਾਬਜ਼ ਹੋ ਸਕਦੇ ਆ। ਇਸੇ ਕਰਕੇ ਜਦੋਂ ਭਾਜਪਾ ਦੇ ਵੱਲੋਂ ਮੰਗ ਵੀ ਕੀਤੀ ਗਈ, ਦੁਬਾਰਾ ਹੱਦਬੰਦੀ ਦੀ ਗੱਲ ਵੀ ਚੱਲੀ, ਭਾਵੇਂ ਕਿ
ਇਹਦੇ ਖਿਲਾਫ ਵੀ ਕਹਿ ਸਕਦੇ ਹੋ ਕਿ ਸੁਪਰੀਮ ਕੋਰਟ ਦੇ ਵਿੱਚ ਉੱਥੋਂ ਦੀਆਂ ਖੇਤਰੀ ਪਾਰਟੀਆਂ ਨੇ ਇੱਕ ਪਟੀਸ਼ਨ ਪਾਈ ਹੋਈ ਹੈ ਕਿ ਜਦੋਂ ਦੇਸ਼ ਦੇ ਸਾਰੇ ਸੂਬਿਆਂ ਦੀ ਜਿਹੜੀ ਹੱਥਬੰਦੀ ਹੈ ਉਹ 2026 ਦੇ ਵਿੱਚ ਹੋਣੀ ਹੈ ਤਾਂ ਇਕੱਲੇ ਜੰਮੂ ਕਸ਼ਮੀਰ ਦੀ 2021 ਦੇ ਵਿੱਚ ਕਿਉਂ ਕੀਤੀ ਜਾ ਰਹੀ ਹੈ। ਸੋ ਬੜੀਆਂ ਛੋਟੀਆਂ ਉਹਨਾਂ ਦੀਆਂ ਹੋਰ ਵੀ ਸਮੱਸਿਆਵਾਂ ਨੇ, ਪਰ ਭਾਜਪਾ ਦਾ ਤਰਕ ਹੈ ਕਿ ਜੇਕਰ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਵਧਾਉਣੀ ਹੈ ਤੇ ਜੰਮੂ ਦੇ ਇਲਾਕੇ ਦੇ ਵਿੱਚ ਜ਼ਿਆਦਾ ਵਧਾਈ ਜਾਵੇ, ਕਿ ਉਹਨਾਂ ਨੂੰ ਲੱਗਦਾ ਹੈ ਕਿ ਇੱਥੇ ਅਸੀਂ ਵੱਧ ਸੀਟਾਂ ਜਿਹੜੀਆਂ ਲਿਜਾ ਸਕਦੇ ਹਾਂ ਤੇ ਭਾਜਪਾ ਦਾ ਦਬਦਬਾ ਜਿਹੜਾ ਉਹ ਜੰਮੂ ਤੇ ਕਸ਼ਮੀਰ ਦੇ ਵਿੱਚ ਬਣਿਆ ਰਹਿ ਸਕਦਾ। ਉਹਦੇ ਕਰਕੇ ਇਹ ਭਾਜਪਾ ਦੀ ਜਿਹੜੀ ਕਹਿ ਸਕਦੇ ਹੋ ਕਿ ਸਥਾਨਕ ਜਿਹੜੀਆਂ ਜਥੇਬੰਦਕ ਕਹਿ ਸਕਦੇ ਹੋ ਕਿ ਛੋਟੀਆਂ ਧਾਰਾਵਾਂ ਨੇ ਜੰਮੂ ਕਸ਼ਮੀਰ, ਉਹਦੇ ਵਿੱਚ ਇਹ ਚਰਚਾ ਚੱਲਦੀ ਰਹੀ ਹੈ ਕਿ ਜੇਕਰ ਜੰਮੂ ਕਸ਼ਮੀਰ ਦੇ ਨਾਲ ਲੱਗਦਾ ਪੰਜਾਬ ਦਾ ਇਲਾਕਾ, ਖਾਸ ਕਰਕੇ ਗੁਰਦਾਸਪੁਰ, ਧਾਰੀਵਾਲ, ਪਠਾਨਕੋਟ, ਦਸੂਹਾ, ਇਹ ਜਿੰਨਾ ਵੀ ਇਲਾਕਾ ਹੈ, ਇਸ ਇਲਾਕੇ ਦੇ ਵਿੱਚ ਖਾਸ ਕਰਕੇ ਹਿੰਦੂ ਔਰ ਬੀਜੇਪੀ ਨਾਲ ਸੰਬੰਧਿਤ ਵੋਟਰ ਕਾਫੀ ਜ਼ਿਆਦਾ ਨੇ। ਇੱਥੇ ਇਸੇ ਕਰਕੇ ਹੀ ਕਿ ਬਹੁਤ ਘੱਟ ਚਾਂਸ ਹੁੰਦੇ ਨੇ ਕਿ ਇਹ ਜਿਹੜੀ ਸੀਟ ਹੈ ਉਹ ਕਿਸੇ ਸਿੱਖ ਜਾਂ ਖਾਸ ਕਰਕੇ ਕਾਂਗਰਸੀ ਉਮੀਦਵਾਰ ਦੇ ਕੋਲ ਆਵੇ। ਇਹ ਜ਼ਿਆਦਾਤਰ ਗੈਰ ਸਿੱਖ ਤੇ ਜ਼ਿਆਦਾਤਰ ਭਾਜਪਾ ਜਾਂ ਜਨਸੰਘ ਦੇ ਨਾਲ ਸੰਬੰਧਿਤ ਜਿਹੜੇ ਉਮੀਦਵਾਰ ਸੀ ਉਹਨਾਂ ਦੇ ਹਿੱਸੇ ਹੀ ਇਸ ਇਲਾਕੇ ਦੀਆਂ ਸੀਟਾਂ ਆਉਂਦੀਆਂ ਰਹੀਆਂ ਨੇ। ਸੋ ਉਹਨਾਂ ਦੀ ਇਹ ਕਹਿ ਸਕਦੇ ਹੋ ਕਿ ਕਿਤੇ ਨਾ ਕਿਤੇ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਇਹ ਵਿਚਾਰਧਾਰਾ ਬਾਰ-ਬਾਰ ਚੱਲ ਰਹੀ ਸੀ ਕਿ ਜੇਕਰ ਪੰਜਾਬ ਦੇ ਇਹ ਹਿੱਸੇ ਜਿਹੜੇ ਨੇ, ਤੁਸੀਂ ਕਿਤੇ ਇਸ ਮਹੀਨੇ ਦਾ ਤਹਿਲਕਾ ਮੈਗਜ਼ੀਨ ਪੜ੍ਹਿਆ ਹੋਵੇ, ਉਹਦੇ ਵਿੱਚ ਵੀ ਇੱਕ ਲਾਈਨ ਜਿਹੜੀ ਦਿੱਤੀ ਗਈ ਸੀ ਜਿਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਸੀ ਕਿ ਭਾਰਤੀ ਹਕੂਮਤ ਦੀਆਂ ਤਾਲਿਬਾਨ ਦੇ ਨਾਲ ਜਿਹੜੀ ਗੱਲਬਾਤ ਚੱਲ ਰਹੀ ਹੈ ਉਹਦੇ ਵੀ ਕੁਝ ਅਸਰ ਪੈ ਸਕਦੇ ਨੇ। ਤੇ ਦੂਜੀ ਗੱਲ ਕਹੀ ਸੀ ਕਿ ਕੁਝ ਸਮਾਂ ਪਹਿਲਾਂ ਇਹ ਵੀ ਅਫਵਾਹਾਂ ਜਿਹੜੀਆਂ ਸਰਗਰਮ ਸਨ ਕਿ ਜੰਮੂ ਕਸ਼ਮੀਰ ਦੇ ਦੋ ਹਿੱਸੇ ਹੋ ਸਕਦੇ ਨੇ। ਸੋ ਉਹ ਜਦੋਂ ਦੋ ਹਿੱਸਿਆਂ ਦੀ ਗੱਲ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਆਉਂਦੀ ਸੀ ਤਾਂ ਇਹੀ ਆਉਂਦੀ ਸੀ ਕਿ ਕਸ਼ਮੀਰ ਨੂੰ ਵੱਖਰਾ ਕਰ ਦਿੱਤਾ ਜਾਵੇਗਾ ਤੇ ਜੰਮੂ ਦੇ ਨਾਲ ਪੰਜਾਬ ਦੇ ਕੁਝ ਇਲਾਕੇ ਜਿਹੜੇ ਨੇ ਉਹਨਾਂ ਨੂੰ ਮਿਲਾ ਕੇ ਇੱਕ ਛੋਟੇ ਸੂਬੇ ਦਾ ਜਿਹੜਾ ਉਹ ਰੂਪ ਦਿੱਤਾ ਜਾਵੇਗਾ, ਕਿਉਂਕਿ ਪੰਜਾਬ ਦੇ ਜਿਹੜੇ ਇਹ ਇਲਾਕੇ ਨੇ ਇਹਨਾਂ ਦੇ ਵਿੱਚ ਭਾਜਪਾ ਜਿੱਤ ਵੀ ਜਾਵੇ ਤਾਂ ਪੰਜਾਬ ਦੀ ਰਾਜਨੀਤੀ ਨੂੰ ਕੋਈ ਬਹੁਤ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕਦੀ। ਪਰ ਜੇਕਰ ਇਹਨਾਂ ਨੂੰ ਜੰਮੂ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਤਾਂ ਉੱਥੇ ਕਹਿ ਸਕਦੇ ਹੋ ਕਿ ਇਹਨਾਂ ਦਾ ਵੋਟ ਬੈਂਕ ਇੱਕ ਵੱਡਾ ਹੋ ਸਕਦਾ ਹੈ। ਸੋ ਆਹ ਜਿਹੜਾ ਸੀਗਾ ਮੁੱਖ ਕਾਰਨ ਸੀ ਜਿਹਦੇ ਕਰਕੇ ਇਹ ਅਫਵਾਹਾਂ ਸੀ। ਪਰ ਆ ਜਾ ਕੇ ਜਿਹੜੀ ਇਹਨਾਂ ਦੀ ਪਿਛਲੀ ਪ੍ਰਧਾਨ ਮੰਤਰੀ ਦੇ ਨਾਲ ਮੀਟਿੰਗ ਹੋਈ ਹੈ ਇਸ ਜੰਮੂ ਕਸ਼ਮੀਰ ਦੀਆਂ ਖੇਤਰੀ ਪਾਰਟੀਆਂ ਦੇ ਗਠਬੰਧਨ ਦੀ, ਉਹਦੇ ਵਿੱਚ ਇਹ ਗੱਲ ਤਕਰੀਬਨ ਸਪਸ਼ਟ ਹੋ ਚੁੱਕੀ ਹੈ ਹੁਣ ਤੱਕ। ਅੱਗੇ ਪਤਾ ਨਹੀਂ ਕਿ ਕੀ ਹਾਲਾਤ ਜਨਮ ਲੈਂਦੇ ਨੇ। ਹੁਣ ਤੱਕ ਇਹ ਹੋ ਚੁੱਕੀ ਹੈ ਕਿ ਜੰਮੂ ਕਸ਼ਮੀਰ ਨੂੰ ਸੂਬੇ ਦੇ ਸਾਰੇ ਹੱਕ ਦਿੱਤੇ ਜਾਣਗੇ ਤੇ ਧਾਰਾ 370 ਜਿਹੜੀ ਹੈ ਉਹ ਦੁਬਾਰਾ ਉੱਥੇ ਨਹੀਂ ਕਹਿ ਸਕਦੇ ਹੋ ਕਿ ਸਥਾਪਿਤ ਕੀਤੀ ਜਾਵੇਗੀ। ਹੁਣ ਅਗਲੀ ਗੱਲ ਆ ਜਾਂਦੀ ਹੈ ਕਿ ਜੇਕਰ ਜੰਮੂ ਕਸ਼ਮੀਰ ਨੂੰ ਇੱਕ ਸੂਬੇ ਦੇ ਹੱਕ ਦਿੱਤੇ ਜਾਂਦੇ ਨੇ, ਸੂਬੇ ਦਾ ਸਟੇਟਸ ਦਿੱਤਾ ਜਾਂਦਾ ਹੈ, ਉੱਥੇ ਜਿਹੜੇ ਵਿਧਾਨ ਸਭਾ ਹਲਕੇ ਨੇ ਉਹਨਾਂ ਦੇ ਵਿੱਚ 4 ਤੇ 3 ਦੀ ਗਿਣਤੀ ਵੱਧ ਜਾਂਦੀ ਹੈ ਤੇ ਉਹਦੇ ਨਾਲ ਕਸ਼ਮੀਰ ਦੇ ਵਿੱਚ 50 ਤੇ ਜੰਮੂ ਦੇ ਵਿੱਚ ਜਿਹੜੀਆਂ 40 ਵਿਧਾਨ ਸਭਾ ਜਿਹੜੇ ਹਲਕੇ ਨੇ ਉਹ ਬਣਦੇ ਨੇ, ਭਾਵ ਕਿ ਇੰਨੇ ਵਿਧਾਇਕ ਉੱਥੋਂ ਜਾਣਗੇ। ਹੁਣ ਉਹਦੇ ਵਿੱਚ ਸਭ ਤੋਂ ਅਹਿਮ ਗੱਲ ਹੈ ਕਿ ਜਦੋਂ ਅਸੀਂ ਜਨਸੰਖਿਆ ਦੀ ਗੱਲ ਕਰਦੇ ਹਾਂ ਤਾਂ ਜਨਸੰਖਿਆ ਦੇ ਵਿੱਚ ਜੰਮੂ ਤੇ ਕਸ਼ਮੀਰ ਦੀ ਜਨਸੰਖਿਆ ਦੇ ਵਿੱਚ ਤਕਰੀਬਨ 68 ਜਾਂ 68% ਜਿਹੜੇ ਨੇ ਉਹ ਮੁਸਲਮਾਨ ਨੇ, 29% ਜਿਹੜੇ ਹਿੰਦੂ ਨੇ ਤੇ 1.87% ਜਿਹੜੇ ਨੇ ਸਿਰਫ ਸਿੱਖ ਨੇ ਤੇ 0.90 ਭਾਵ ਕਿ 1% ਤੋਂ ਘੱਟ ਵੀ ਜਿਹੜੇ ਨੇ ਉਹ ਬੋਧੀ ਨੇ। ਉਹਦੇ ਤੋਂ ਇਲਾਵਾ ਕੁਝ ਈਸਾਈ ਤੇ ਕੁਝ ਜੈਨ ਲੋਕ ਨੇ। ਹੁਣ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਬੇਸ਼ੱਕ ਸਿੱਖ ਉੱਥੋਂ ਦੇ ਹਿਸਾਬ ਦੇ ਨਾਲ 2% ਤੋਂ ਵੀ ਘੱਟ ਨੇ, ਪਰ ਜਿਸ ਤਰ੍ਹਾਂ ਨੇ ਉਹਨਾਂ ਨੇ ਆਪਣੇ ਆਪ ਨੂੰ ਉੱਥੇ ਸਥਾਪਿਤ ਕੀਤਾ ਹੋਇਆ ਹੈ ਉਸ ਹਿਸਾਬ ਦੇ ਨਾਲ ਉੱਥੋਂ ਦੀ ਰਾਜਨੀਤੀ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਸਰਗਰਮ ਭੂਮਿਕਾ ਜਿਹੜੀ ਆ ਉਹ ਨਿਭਾਉਂਦੇ ਨੇ। ਦੂਸਰੀ ਗੱਲ ਇਹ ਹੈ ਕਿ ਜਿਹੜੀਆਂ ਸਾਡੀਆਂ ਸਿੱਖਾਂ ਦੀਆਂ ਕੁਛ ਜਥੇਬੰਦੀਆਂ ਨੇ, ਜਦੋਂ ਹੁਣ ਉੱਥੇ ਮਸਲਾ ਆਇਆ ਸੀ ਇੱਕ ਬੱਚੀ ਦੇ ਨਾਲ ਇੱਕ ਕਸ਼ਮੀਰੀ ਨੌਜਵਾਨ ਦੇ ਵੱਲੋਂ ਜ਼ਬਰਦਸਤੀ ਨਿਕਾਹ ਕਰਾਉਣ ਦਾ, ਤੇ ਉੱਥੇ ਜਿਹੜੀ ਜ਼ਿਆਦਾਤਰ ਸਾਡੀ ਭੂਮਿਕਾ ਰਹੀ ਹੈ ਉਹ ਬਿਲਕੁਲ ਉਸੇ ਤਰ੍ਹਾਂ ਦੀ ਰਹੀ ਹੈ ਜਿਸ ਤਰ੍ਹਾਂ ਦੀ ਜਿਹੜੀ ਸਟੇਟ ਹੈ ਉਹ ਸਾਡੇ ਕੋਲੋਂ ਬੁਲਾਉਣਾ ਚਾਹੁੰਦੀ ਸੀ, ਜਾਂ ਫਿਰ ਜਿਸ ਤਰ੍ਹਾਂ ਦੀ ਭਾਰਤ ਦੇ ਮੇਨ ਸਟ੍ਰੀਮ ਮੀਡੀਆ ਦੀ ਜਿਹੜੀ ਭੂਮਿਕਾ ਰਹੀ ਹੈ ਜਾਂ ਜਿਸ ਤਰ੍ਹਾਂ ਦਾ ਉਸ ਤਰ੍ਹਾਂ ਦਾ ਪੱਖ ਰਿਹਾ ਹੈ। ਵੇਖੋ, ਜਦੋਂ ਸਾਡੀ ਗਿਣਤੀ ਹੀ ਉੱਥੇ 2% ਤੋਂ ਵੀ ਘੱਟ ਹੈ ਪਰ ਉਹਦੇ ਬਾਵਜੂਦ ਵੀ ਉੱਥੋਂ ਦੀ ਰਾਜਨੀਤੀ ਨੂੰ ਅਸੀਂ ਪ੍ਰਭਾਵਿਤ ਕਰਦੇ ਹਾਂ, ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਖੇਤਰਾਂ ਦੇ ਵਿੱਚ ਪੰਜਾਬ ਦਾ ਪਿਤਰੀ ਜਨਮ ਤੇ ਕਰਮ ਭੂਮੀ ਹੈ ਪੰਜਾਬ, ਇੱਥੋਂ ਦੀਆਂ ਜਿਹੜੀਆਂ ਸਾਡੀਆਂ ਪੰਥਕ ਜਥੇਬੰਦੀਆਂ ਨੇ ਇਹਨਾਂ ਨੂੰ ਆਪਸ ਦੇ ਵਿੱਚ ਏਕੇ ਦੇ ਨਾਲ ਆਪਣੇ ਕਹਿ ਸਕਦੇ ਹੋ ਕਿ ਇਕੱਠ ਦਾ ਔਰ ਇੱਕ ਤਾਕਤ ਦਾ ਮੁਜ਼ਾਹਰਾ ਕਰਨ ਦੀ ਲੋੜ ਹੈ ਕਿ ਜਿਹੜੇ ਇਲਾਕਿਆਂ ਦੇ ਵਿੱਚ ਘੱਟ ਗਿਣਤੀ ਸਿੱਖ ਰਹਿੰਦੇ ਨੇ ਕਮ ਸੇ ਕਮ ਉਹਨਾਂ ਨੂੰ ਇੱਕ ਤਰ੍ਹਾਂ ਦਾ ਹੌਸਲਾ ਤਾਂ ਹੋਵੇ ਕਿ ਸਾਡੇ ਪਿੱਛੇ ਕੋਈ ਖੜਨ ਵਾਲਾ ਜਾਂ ਖਲੋਣ ਵਾਲਾ ਹੈ। ਦੂਸਰੀ ਗੱਲ, ਸਭ ਤੋਂ ਵੱਡੀ ਗੱਲ ਅਹਿਮ ਜਿਹੜੀ ਇਹ ਹੈ ਕਿ ਕੁਝ ਵੀਰਾਂ ਨੇ ਜਦੋਂ
ਜਿਹਨੂੰ ਅਸੀਂ ਕਹਿੰਦੇ ਕਨਵਰਸ਼ਨ ਦੇ ਉੱਪਰ ਕਿ ਧਰਮ ਪਰਿਵਰਤਨ ਦੇ ਉੱਪਰ ਪਾਬੰਦੀ ਦੀ ਗੱਲ ਕਰਦੇ ਨੇ, ਤਾਂ ਮੈਂ ਇੱਕ ਗੱਲ ਦੱਸ ਦੇਵਾਂ ਕਿ ਪੁੰਛ ਤੋਂ ਲੈ ਕੇ ਮੁਜ਼ੱਫਰਾਬਾਦ ਤੱਕ ਜ਼ਿਆਦਾਤਰ ਸਿੱਖ ਪਰਿਵਾਰ ਉਹ ਨੇ ਜਿਹੜੇ ਕਸ਼ਮੀਰੀ ਪੰਡਤਾਂ ਤੋਂ ਸਿੱਖ ਧਰਮ ਦੇ ਵਿੱਚ ਆਏ ਹੋਏ ਨੇ। ਸੋ ਆ ਪਿੱਛੇ ਜੇ ਵੀ ਜਦੋਂ ਕਿਸਾਨ ਸੰਘਰਸ਼ ਚੱਲ ਰਿਹਾ ਸੀ ਤਾਂ ਉਦੋਂ ਵੀ ਬਹੁਤ ਸਾਰੇ ਜਾਟ ਪਰਿਵਾਰ ਸੀ ਜਿਹੜੇ ਸਿੱਖ ਧਰਮ ਦੇ ਵਿੱਚ ਆਉਣਾ ਚਾਹੁੰਦੇ ਸੀ। ਸੋ ਅਸੀਂ ਤਾਂ ਆਪਣੀਆਂ ਚੰਗਿਆਈਆਂ ਦਾ ਦਰਵਾਜ਼ਾ ਖੋਲ੍ਹੀਏ ਕਿ ਲੋਕ ਸਾਡੇ ਧਰਮ ਨੂੰ, ਸਾਡੇ ਧਰਮ ਦੀ ਮਰਿਆਦਾ ਨੂੰ, ਜਾਂ ਸਾਡੇ ਧਰਮ ਦੇ ਵਿੱਚ ਜਿਹੜੇ ਪਾਏ ਜਾਂਦੇ ਨੈਤਿਕਤਾ ਦੇ ਉੱਚ ਮਿਆਰੀ ਜਿਹੜੇ ਗੁਣ ਨੇ ਉਹਨਾਂ ਨੂੰ ਵੇਖ ਕੇ ਸਾਡੇ ਧਰਮ ਦੇ ਵਿੱਚ ਸ਼ਮੂਲੀਅਤ ਕਰਨ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਵਸਦੇ ਸਾਡੇ ਸਿੱਖ ਨੇ, ਸਾਨੂੰ ਉਹਨਾਂ ਦੇ ਨਾਲ ਬਹੁਤ ਚੰਗੇ ਸੰਬੰਧ ਬਣਾ ਕੇ ਰੱਖਣੇ ਚਾਹੀਦੇ ਨੇ। ਉਹਨਾਂ ਦੇ ਬੱਚਿਆਂ ਦੇ ਵਾਸਤੇ ਸਾਨੂੰ ਗੁਰਮਤਿ ਟ੍ਰੇਨਿੰਗ ਕੈਂਪ ਜਾਂ ਫਿਰ ਖਾਸ ਤਰ੍ਹਾਂ ਦੇ ਨਾਲ ਧਾਰਮਿਕ ਕਲਾਸਾਂ ਦਾ ਕਿਸੇ ਨਾ ਕਿਸੇ ਰੂਪ 'ਚ ਪ੍ਰਬੰਧ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਵਿਰਸੇ ਦੇ ਨਾਲ ਜੁੜੇ ਰਹਿਣ ਅਤੇ ਪੰਜਾਬ ਨੂੰ ਆਪਣੇ ਨਾਲੋਂ ਵੱਖਰਾ ਨਾ ਸਮਝਣ। ਸੋ ਇਹ ਕਹਿ ਸਕਦੇ ਹੋ ਕਿ ਜਿਹੜੀਆਂ ਉੱਥੇ ਚੱਲ ਰਿਹਾ ਜਿਹੜਾ ਘਟਨਾਕ੍ਰਮ ਸੀਗਾ, ਜਿਹੜਾ ਖਾਸ ਕਰਕੇ ਹੁਣ ਜਿਹੜੀ ਦੁਬਾਰਾ ਉੱਥੇ ਕਸ਼ਮੀਰ ਦੇ ਵਿਧਾਨ ਸਭਾ ਖੇਤਰਾਂ ਦੀ ਜਿਹੜੀ ਹੱਦਬੰਦੀ ਹੋਣੀ ਹੈ, ਜਿਹਦੇ ਬਾਰੇ ਉੱਥੋਂ ਦਾ ਰਾਜਪਾਲ ਜਿਹੜਾ ਮਨੋਜ ਸਿਨਹਾ ਉਹ ਬਹੁਤ ਵਾਰੀ ਦਿੱਲੀ ਜਾ ਕੇ ਜਿਹੜਾ ਉਹ ਪ੍ਰਧਾਨ ਮੰਤਰੀ ਜਾਂ ਫਿਰ ਉਹਨਾਂ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕਰ ਚੁੱਕਾ ਹੈ। ਔਰ ਉਹਦੇ ਤੋਂ ਇਲਾਵਾ ਜਸਟਿਸ ਜਿਹੜਾ ਰੰਜਨ ਮਿਸ਼ਰਾ ਹੈ, ਉਹਦੀ ਅਗਵਾਈ, ਰੰਜਨ ਪ੍ਰਸਾਦ ਹੈ ਸ਼ਾਇਦ, ਉਹਦੀ ਅਗਵਾਈ ਦੇ ਵਿੱਚ ਜਿਹੜਾ ਉਹ ਇੱਕ ਜਿਹੜਾ ਕਮਿਸ਼ਨ ਹੈ ਉਹ ਵੀ ਵਿਧਾਨ ਸਭਾ ਖੇਤਰਾਂ ਦੀ ਹੱਦਬੰਦੀ ਜਿਹੜੀ ਉਹ ਕਰ ਰਿਹਾ ਹੈ। ਪਰ ਉਹਦੇ ਵਿੱਚ ਮੈਂ ਫਿਰ ਬਾਰ-ਬਾਰ ਇਹ ਕਹਿ ਦੇਵਾਂ ਕਿ ਵੱਡੀਆਂ ਕੌਮੀਅਤਾਂ ਜਿੱਥੇ ਬਹੁ ਗਿਣਤੀ ਗੈਰ ਸਿੱਖ ਕੌਮੀਅਤਾਂ ਹੋਣ, ਉੱਥੇ ਰਹਿੰਦੇ ਜਿਹੜੇ ਘੱਟ ਗਿਣਤੀ ਕੌਮੀਅਤਾਂ ਹੁੰਦੀਆਂ ਨੇ ਉਹਨਾਂ ਨੂੰ ਆਪਣੇ ਭਵਿੱਖ ਦੇ ਪ੍ਰਤੀ ਬਹੁਤ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ, ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।